ਅੱਜ ਤੁਹਾਨੂੰ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਇਮਾਰਤਾਂ ਦੇ ਵਿੱਚੋਂ ਇੱਕ ਇਮਾਰਤ ਦਿਖਾਉਣੀ ਆ। ਇਹ ਕਿਲ੍ਹਾ ਬਠਿੰਡੇ ਵਾਲਾ। ਐਵੇਂ ਕਹਿ ਸਕਦੇ ਹਾਂ ਆਪਾਂ, ਜੋ ਇੰਡੀਆ ਦੇ ਵਿੱਚ ਪਿਛਲੀਆਂ 20 ਸਦੀਆਂ ਦੇ ਵਿੱਚ ਇਤਿਹਾਸ ਘਟਿਆ ਨਾ, ਉਸ ਦਾ ਇਹ ਵੀ ਇੱਕ ਚਸ਼ਮਦੀਦ ਗਵਾਹ ਹੈ। ਆਜੋ ਇਸ ਦੇ ਨਾਲ ਸੰਬੰਧਿਤ ਅੱਜ ਢੇਰ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਅੱਜ ਫਿਰ ਬੇहद ਖਾਸ ਤੁਹਾਡੇ ਲਈ ਕਿਲ੍ਹਾ ਲੈ ਕੇ ਆਏ ਹਾਂ। ਕਿਹਾ ਜਾਂਦਾ ਵੀ ਪ੍ਰਾਚੀਨ ਕਿਲ੍ਹੇ, ਭਾਰਤ ਦੇ 3 ਪ੍ਰਾਚੀਨ ਕਿਲ੍ਹੇ ਨੇ, ਉਹਨਾਂ ਦੇ ਵਿੱਚੋਂ ਇੱਕ ਕਿਲ੍ਹਾ ਹੈ ਬਠਿੰਡੇ ਦਾ। ਅੱਜ ਅਸੀਂ ਬਠਿੰਡੇ ਦੇ ਕਿਲ੍ਹੇ ਦੇ ਵਿੱਚ ਹਾਂ। ਕਹਿ ਲਓ ਕਿ ਪਹਿਲੀ ਸਦੀ ਦੇ ਵਿੱਚ ਬਣਿਆ ਸੀ ਅਤੇ ਬਹੁਤ ਪੁਰਾਣਾ ਕਿਲ੍ਹਾ ਵਾ, ਸਭ ਤੋਂ ਪ੍ਰਾਚੀਨ ਕਿਲ੍ਹਾ। ਅਤੇ ਇੱਥੇ ਲਗਭਗ ਜਿੰਨੇ ਵੀ ਤਕੜੇ ਬਾਦਸ਼ਾਹ ਹੋਏ ਨੇ ਸਾਰੇ ਇੱਥੇ ਹੀ ਆਏ ਨੇ, ਠੀਕ ਆ ਨਾ। ਗੁਰੂ ਗੋਬਿੰਦ ਸਿੰਘ ਜੀ ਵੀ ਇੱਥੇ ਆਏ ਨੇ, ਗੁਰੂ ਨਾਨਕ ਸਾਹਿਬ ਵੀ ਇੱਥੇ ਆਏ ਨੇ। ਬਹੁਤ ਖਾਸ ਕਿਲ੍ਹਾ ਇਹ, ਅਤੇ ਅੱਜ ਇਹਦੇ ਬਾਰੇ ਗੱਲਬਾਤ ਕਰਦੇ ਹਾਂ। ਇਹ ਮੈਂ ਤੁਹਾਨੂੰ ਦੱਸਦੇ ਹਾਂ ਵੀ ਕਿਸੇ ਸਮੇਂ ਜਮਾਂ ਕੱਚਾ ਹੁੰਦਾ ਸੀ, ਪਰ ਸਮੇਂ ਦੇ ਨਾਲ ਹੁਣ ਇਹ ਪੱਕਾ ਹੋ ਚੁੱਕਿਆ ਵਾ। ਇਹਦਾ ਸਾਰਾ ਇਤਿਹਾਸ ਅੱਜ ਤੁਹਾਨੂੰ ਦੱਸਾਂਗੇ। ਆਓ ਚੱਲੀਏ। ਦਰਸ਼ਕੋ, ਅਸਲ ਦੇ ਵਿੱਚ ਨਾ ਇਸ ਕਿਲ੍ਹੇ ਦੇ ਸਮੇਂ-ਸਮੇਂ 'ਤੇ ਨਾਂ ਵੀ ਬਦਲਦੇ ਰਹੇ ਨੇ। ਕਿਸੇ ਸਮੇਂ ਇਹਦਾ ਨਾਂ ਤ੍ਰਿਬੰਧਨਪੁਰਾ ਵੀ ਰਿਹਾ, ਠੀਕ ਆ ਨਾ, ਅਤੇ ਬਿਕਰਮਗੜ੍ਹ ਵੀ ਰਿਹਾ ਵਾ, ਅਤੇ ਹੁਣ ਪਿਛਲੇ ਵੈਸੇ ਭਟਿੰਡਾ ਵੀ ਰਿਹਾ ਵਾ, ਅਤੇ ਭੱਟੀ ਵਿੰਡਾ ਵੀ ਰਿਹਾ, ਅਤੇ ਹੁਣ ਅੱਜ ਕੱਲ੍ਹ ਬਠਿੰਡਾ। ਅਤੇ ਇਹਦਾ ਨਾ ਸੰਬੰਧ ਜੋੜਿਆ ਜਾਂਦਾ ਵਾ ਰਿਗਵੇਦ ਕਾਲ ਦੇ ਵਿੱਚ। ਉਹਦਾ ਵੀ ਜ਼ਿਕਰ, ਜਿਹੜਾ ਏਰੀਆ ਆਉਂਦਾ ਨਾ ਰਿਗਵੇਦ ਦੇ ਵਿੱਚ ਜ਼ਿਕਰ ਆਉਂਦਾ, ਉਹ ਏਰੀਆ ਇਹੀ ਸੀ ਬਠਿੰਡਾ। ਇਹਦੀ ਬਹੁਤ ਖਾਸੀਅਤ ਆ। ਇਹ ਉਸ ਸਮੇਂ ਵੀ ਪਹਿਲੀ ਸਦੀ ਦੇ ਵਿੱਚ ਵੀ ਆਬਾਦੀ ਵਾਲਾ ਏਰੀਆ ਸੀ। ਜਿਹੜੇ ਸਰੋਤ ਮਿਲਦੇ ਨੇ ਸਿੰਧੂ ਘਾਟੀ ਸੱਭਿਅਤਾ ਨਾਲ ਵੀ ਇਹ ਸੰਬੰਧ ਰੱਖਦਾ। ਜਿਹੜੀਆਂ ਇਹਦੀਆਂ ਇੱਟਾਂ ਵਾ, ਇਹ ਕਿਹਾ ਜਾਂਦਾ ਵੀ ਉਸ ਸਮੇਂ ਪਹਿਲਾਂ ਰਾਜਾ ਦੱਬ ਦੇ ਵੇਲੇ ਸੀ, ਸਭ ਤੋਂ ਪਹਿਲਾਂ ਇਹ ਕੱਚਾ ਬਣਾਇਆ ਗਿਆ ਸੀ। ਉਸ ਤੋਂ ਬਾਅਦ ਉਹਦੇ ਆਉਣ ਵਾਲੇ ਵਾਰਸਾਂ ਨੇ, ਜਾਂ ਕਹਿ ਸਕਦੇ ਅਗਲਿਆਂ ਰਾਜਿਆਂ ਨੇ ਇਹਨੂੰ ਪੱਕਾ ਕਰਵਾਇਆ। ਬਹੁਤ ਵਿਸ਼ਾਲ ਇਤਿਹਾਸ ਆ, ਠੀਕ ਆ ਨਾ। 2000 ਸਾਲ ਹੋ ਗਿਆ ਇਸ ਕਿਲ੍ਹੇ ਨੂੰ ਬਣੇ ਨੂੰ, ਅਤੇ ਸਮੇਂ-ਸਮੇਂ 'ਤੇ ਅੱਡ-ਅੱਡ ਰਾਜਿਆਂ ਨੇ ਤਬਦੀਲੀਆਂ ਕੀਤੀਆਂ ਨੇ, ਜੋ ਕਿ ਇਸ ਦੀਆਂ ਗਵਾਹ ਨੇ। ਕਿਸੇ ਸਮੇਂ ਤੁਸੀਂ ਬਾਹਰਲੇ ਪਾਸੇ ਵੇਖੋਗੇ ਕਿ ਕੱਚੀਆਂ ਇੱਟਾਂ ਹਜੇ ਵੀ ਮਿਲਦੀਆਂ ਨੇ, ਕਿ ਜਿਹੜੀਆਂ ਇੱਟਾਂ ਨੇ ਉਹ ਕੁਸ਼ਾਣਾ ਦੇ ਸਮੇਂ ਤੋਂ ਆ। ਜਿਹੜੀਆਂ ਇੱਟਾਂ ਦਾ ਨਮੂਨਾ ਕੁਸ਼ਾਣਾ ਦੇ ਸਮੇਂ ਤੋਂ ਆ। ਜਿਹੜਾ ਰਾਜਾ ਦੱਬ ਸੀ, ਉਹਨੇ ਹੋਣਾ ਤੋਂ ਡਰਦੇ ਨੇ ਹੀ ਇਹ ਕਿਲ੍ਹਾ ਬਣਵਾਇਆ ਸੀ। ਇਹਦੀ ਹਿਸਟੋਰੀਕਲ ਪੱਖ ਤੋਂ ਬਹੁਤ ਅਹਿਮੀਅਤ ਆ, ਕਿਉਂਕਿ ਇੱਕ ਪਾਸੇ ਮੁਲਤਾਨ ਪੈਂਦਾ ਸੀ। ਮੁਲਤਾਨ ਤੋਂ ਦਿੱਲੀ ਜਾਣ ਦੇ ਵਿੱਚ ਇਹ ਆਰਾਮਗਾਹ ਵੀ ਸੀ। ਉਹ ਸਾਰਾ, ਕਿਉਂਕਿ ਜਿਹੜੇ ਰਾਜੇ ਨੇ ਦਿੱਲੀ ਜਾਣਾ ਤਾਂ ਉਹ ਇੱਥੇ ਆਰਾਮ ਕਰਕੇ ਜਾਂਦਾ ਸੀ, ਜਾਂ ਇੱਥੋਂ ਨੂੰ ਜਿੱਤ ਕੇ ਜਾਂਦਾ ਸੀ। ਜਿੰਨੇ ਵੀ ਕਿਸੇ ਸਮੇਂ ਮੁਗਲ ਹੋਏ ਨੇ, ਮਹਿਮੂਦ ਗਜ਼ਨਵੀ ਹੋਇਆ, ਮਹਿਮੂਦ ਗਜ਼ਨਵੀ ਵੀ ਇੱਥੇ ਆਇਆ ਵਾ। ਉਹ ਗਜ਼ਨੀ ਦਾ ਸ਼ਾਸਕ ਸੀ, ਉਹਨੇ 17 ਹਮਲੇ ਕੀਤੇ ਸੀ, ਉਹ ਵੀ ਇੱਥੋਂ ਦੀ ਗੁਜ਼ਰਿਆ ਵਾ। ਮੁਹੰਮਦ ਗੌਰੀ ਵੀ ਗੁਜ਼ਰਿਆ ਵਾ। ਪ੍ਰਿਥਵੀ ਰਾਜ ਚੌਹਾਨ ਨੇ ਵੀ ਇੱਥੇ ਚੌਂਕੀ ਬਣਾਈ ਹੋਈ ਸੀ ਆਪਣੀ, ਬਾਹਰੀ ਹਮਲਿਆਂ ਨੂੰ ਰੋਕਣ ਦੇ ਲਈ, ਠੀਕ ਆ ਨਾ। ਅਤੇ ਬਾਬਰ ਦੀਆਂ ਕਹਿੰਦੇ ਵੀ ਇੱਥੇ ਤੋਪਾਂ ਵੀ ਛੱਡ ਕੇ ਗਿਆ ਸੀ। ਬਾਬਰ ਦਾ ਵੀ ਦੱਸਿਆ ਜਾਂਦਾ ਵੀ ਉਹਦੀਆਂ ਤੋਪਾਂ ਇੱਥੇ ਪਈਆਂ ਨੇ, ਉਹ ਵੀ ਤੁਹਾਨੂੰ ਦਿਖਾਵਾਂਗੇ। ਮਤਲਬ ਜਿਹੜਾ ਮੁਲਤਾਨ ਸੀ, ਵਪਾਰਕ ਪੱਖ ਤੋਂ ਬਹੁਤ ਵੱਡਾ ਕੇਂਦਰ ਸੀਗਾ। ਇਸ ਕਰਕੇ ਮੁਲਤਾਨ ਦੀ ਬਹੁਤ ਅਹਿਮੀਅਤ ਸੀ, ਨਾਲ ਇਹਦੀ ਵੀ ਬਹੁਤ ਅਹਿਮੀਅਤ ਰਹੀ ਆ। ਪਰ ਜਦੋਂ ਇਹਦਾ ਨੇੜੇ ਤੇੜੇ ਦੇ ਨਾਲੇ ਪਾਣੀ ਦੇ ਅਤੇ ਘੱਗਰ ਦਰਿਆ ਸੁੱਕਣ ਦੇ ਕਰਕੇ ਇਹਦੀ ਅਹਿਮੀਅਤ ਵੀ ਘਟ ਗਈ ਸੀ, ਠੀਕ ਆ ਨਾ। ਆ ਜੋ ਇਹਦੇ ਬਾਰੇ ਹੋਰ ਵੀ ਗੱਲਾਂ ਬਾਤਾਂ ਆਪਾਂ ਕਰਦੇ ਹਾਂ। ਆ ਜਿਹੜੀਆਂ ਤੋਪਾਂ ਦੇਖ ਰਹੇ ਨਾ ਤੁਸੀਂ, ਇਹ ਬਾਬਰ ਦੀਆਂ ਤੋਪਾਂ ਏ। ਜਦੋਂ ਬਾਬਰ ਹਮਲਾ ਕਰਨ ਆਇਆ ਸੀ ਤਾਂ ਇਹ ਤੋਪਾਂ ਉਦੋਂ ਰਹਿ ਗਈਆਂ ਸੀ ਇੱਥੇ। ਪਤਾ ਨਹੀਂ ਕਿੰਨੇ ਯੋਧਿਆਂ ਦੇ ਇਹਨਾਂ ਨੂੰ ਹੱਥ ਵੀ ਲੱਗੇ ਹੋਣਗੇ, ਅਤੇ ਕਿੰਨੇ ਯੋਧੇ ਇਹਨਾਂ ਵੱਲੋਂ ਦਾਗੇ ਗਏ ਗੋਲਿਆਂ ਨਾਲ ਸ਼ਹੀਦ ਵੀ ਹੋਏ ਹੋਣਗੇ। ਪਰ ਕਮਾਲ ਦੀ ਗੱਲ ਇਹ ਆ ਕਿ ਮੈਂ ਇਸ ਗੱਲ ਤੋਂ ਹੈਰਾਨ ਆ ਕਿ ਉਦੋਂ ਕੋਈ ਫੈਕਟਰੀਆਂ ਨਹੀਂ ਸੀ, ਉਦੋਂ ਕੋਈ ਵੱਡਾ ਕੋਈ ਚੀਜ਼ ਨਹੀਂ ਸੀ ਇਹ ਜਿਹਦੇ ਨਾਲ ਇਹ ਧਾਤਾਂ ਨੂੰ ਢਾਲ ਕੇ ਇਸ ਤਰ੍ਹਾਂ ਬਣਾਇਆ ਜਾ ਸਕਦਾ। ਕਲਪਨਾ ਨਹੀਂ ਕੀਤੀ ਜਾ ਸਕਦੀ। ਪਰ ਕਮਾਲ ਦੀ, ਮਤਲਬ ਮੈਂ ਇੰਜੀਨੀਅਰਿੰਗ ਮੰਨਦਾ ਵੀ ਉਸ ਸਮੇਂ ਇੰਨੀਆਂ ਮਜ਼ਬੂਤ ਅਤੇ ਇੰਨੀਆਂ ਸੋਹਣੀਆਂ ਤੋਪਾਂ ਬਣਾਈਆਂ ਗਈਆਂ। ਤੁਹਾਨੂੰ ਇੱਕ ਗੱਲ ਦੱਸਦੇ ਹਾਂ, ਜਿਹੜਾ ਭੱਟੀ ਰਾਓ ਸੀ ਨਾ ਰਾਜਪੂਤ, ਉਹ 3 ਸਦੀ ਦੇ ਵਿੱਚ ਆਇਆ ਸੀ, ਠੀਕ ਆ ਨਾ। ਅਤੇ ਉਹਦਾ ਵੀ ਇੱਥੇ ਕਬਜ਼ਾ ਰਿਹਾ ਵਾ, ਭੱਟੀਆਂ ਦਾ ਕਬਜ਼ਾ ਵੀ ਰਿਹਾ ਇੱਥੇ। ਇਸ ਕਰਕੇ ਉਹਨਾਂ ਤੋਂ ਭੱਟੀ ਵਿੰਡ, ਭਟਿੰਡਾ ਅਤੇ ਬਠਿੰਡਾ ਸ਼ਬਦ ਹੋਇਆ। ਅਤੇ ਦੂਜੀ ਗੱਲ ਤੁਹਾਨੂੰ ਹੋਰ ਦੱਸਦੇ ਹਾਂ ਵੀ ਉਸ ਤੋਂ ਬਾਅਦ ਆਉਂਦੀ ਹੈ ਗੱਲ 12ਵੀਂ ਸਦੀ ਦੀ। 12ਵੀਂ ਸਦੀ ਦੇ ਵਿੱਚ ਕਬਜ਼ਾ ਰਿਹਾ ਵਾ ਪ੍ਰਿਥਵੀ ਰਾਜ ਚੌਹਾਨ ਦਾ, ਅਤੇ ਜਿਹੜਾ ਕਿ 1191-92 'ਚ ਤਰਾਇਨ ਦੀਆਂ 2 ਲੜਾਈਆਂ ਹੋਈਆਂ ਨੇ ਮੁਹੰਮਦ ਗੌਰੀ ਦੇ ਨਾਲ, ਜਿਹਦੇ ਵਿੱਚੋਂ ਤਰਾਇਨ ਦੀ ਦੂਜੀ ਲੜਾਈ ਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਹਾਰ ਗਿਆ ਸੀ, ਉਹਦੀ ਮੌਤ ਹੋ ਗਈ ਸੀ। ਮਤਲਬ ਉਸਨਾਂ ਵੇਲਿਆਂ ਦੇ ਵਿੱਚ ਮੁਹੰਮਦ ਗੌਰੀ ਵੀ ਇੱਥੇ ਆਇਆ, ਠੀਕ ਹੈ ਨਾ। ਉਦੋਂ ਗੱਲ ਅਗਲੀ ਆ ਜਾਂਦੀ ਆ 13ਵੀਂ ਸਦੀ ਦੀ। 13ਵੀਂ ਸਦੀ ਦਾ ਜ਼ਿਕਰ ਆਉਂਦਾ ਵਾ ਰਜੀਆ ਸੁਲਤਾਨ।
ਬਹੁਤ ਸਾਰੇ ਲੋਕ ਰਜੀਆ ਸੁਲਤਾਨਾ ਆਖਦੇ ਆ, ਜੋ ਕਿ ਗਲਤ ਆ। ਰਜੀਆ ਸੁਲਤਾਨ ਸੀ ਨਾ, ਕਿਉਂਕਿ ਕਹਿੰਦੇ ਮੈਨੂੰ ਲੱਗਦਾ ਦੁਨੀਆ ਦੀ ਜਾਂ ਕਹਿ ਸਕਦੇ ਆ ਘੱਟੋ ਘੱਟ ਮੁਸਲਮਾਨਾਂ ਦੇ ਵਿੱਚ ਪਹਿਲੀ ਔਰਤ ਸੀ ਜਿਹੜੀ ਸ਼ਾਸਕ ਬਣੀ ਸੀ, ਦਿੱਲੀ ਤਖਤ ਤੇ ਬੈਠਣ ਵਾਲੀ ਪਹਿਲੀ ਔਰਤ ਸੀ। ਇਹਦੇ ਪਿਓ ਦਾ ਨਾਂ ਸੀਗਾ ਸ਼ਸ਼ਮੁਦੀਨ ਇਲਤੁਤਮਿਸ਼। ਉਹਨੇ ਕੋਲ ਜਿਹੜਾ ਵੱਡਾ ਮੁੰਡਾ ਸੀ ਨਾ ਉਹਦਾ, ਉਹ ਪਹਿਲੀ ਜੰਗ ਦੇ ਵਿੱਚ ਮਾਰਿਆ ਗਿਆ ਸੀ, ਅਤੇ ਜਿਹੜਾ ਉਹਦਾ ਦੂਜਾ ਮੁੰਡਾ ਸੀ ਉਹ ਨਲਾਇਕ ਸੀ, ਮਤਲਬ ਸਹੀ ਕੰਮ ਕਾਜ ਦਾ ਨਹੀਂ ਸੀ। ਅਤੇ ਉਸ ਤੋਂ ਪਹਿਲਾਂ ਉਹਨੇ ਫਿਰ ਰਜੀਆ ਨੂੰ ਗੱਦੀ ਨਸ਼ੀਨ ਬਣਾਇਆ ਸੀ, ਬਾਪ ਦਾ ਗੱਦੀ ਨਸ਼ੀਨ ਬਣਾਇਆ ਸੀ। ਪਰ ਉਸ ਸਮੇਂ ਕਹਿ ਲਓ ਕਿ ਰਾਜ ਦੇ ਵਿੱਚ ਵਿਦਰੋਹ ਵੀ ਬਹੁਤ ਹੋਇਆ, ਭਾਈ ਤੂੰ ਕੁੜੀ ਨੂੰ ਕਾਹਤੋਂ ਗੱਦੀ ਦੇਈ ਜਾਂਦਾ ਵਾ ਨਾ, ਅਤੇ ਬਹੁਤ ਸਾਰੇ ਖਿਲਾਫ ਆ। ਮੌਲਵੀਆਂ ਨੇ ਵੀ ਰੌਲਾ ਪਾਇਆ, ਰਾਜ ਦਰਬਾਰੀਆਂ ਨੇ ਵੀ ਰੌਲਾ ਪਾਇਆ। ਰਜੀਆ ਸੁਲਤਾਨ ਦੀ ਜਿਹੜੀ ਮਤਰੇਈ ਮਾਂ ਸੀ ਉਹਨੇ ਵੀ ਬਹੁਤ ਰੌਲਾ ਪਾਇਆ ਵੀ ਇਹ ਗਲਤ ਹੋ ਰਿਹਾ, ਪਰ ਉਹ ਆਪਦੇ ਫੈਸਲੇ 'ਤੇ ਅਟਲ ਰਿਹਾ। ਅਤੇ ਉਹਨੇ ਫਿਰ ਆਪਦਾ ਇੱਕ ਦੂਜਾ ਮੁੰਡਾ ਵੀ ਬੁਲਾ ਲਿਆ ਸੀਗਾ ਉੱਥੋਂ, ਲਾਹੌਰੋਂ ਬੁਲਾ ਲਿਆ ਵੀ ਤਾਂ ਕਿ ਗੱਦੀ ਦਿੱਤੀ ਜਾਵੇ ਉਹਦੀ ਮਤਰੇਈ ਮਾਂ ਨੇ, ਪਰ ਉਹਨੂੰ ਗੱਦੀ ਨਹੀਂ ਸੀ ਮਿਲੀ। ਉਸ ਤੋਂ ਪਹਿਲਾਂ ਹੀ ਇਲਤੁਤਮਿਸ਼ ਦੀ ਮੌਤ ਹੋ ਗਈ ਸੀ। ਰਜੀਆ ਸੁਲਤਾਨ ਦਾ ਗੱਦੀ 'ਤੇ ਬੈਠਣਾ ਹੀ ਇੱਕ ਬਹੁਤ ਵੱਡਾ ਕ੍ਰਾਂਤੀਕਾਰੀ ਕਦਮ ਸੀ ਉਹਨਾਂ ਵੇਲਿਆਂ ਦੇ ਵਿੱਚ। 13ਵੀਂ ਸਦੀ ਦੀ ਗੱਲ ਕਰ ਰਿਹਾ, ਅੱਜ ਦੀ ਨਹੀਂ, ਠੀਕ ਹੈ ਨਾ। ਸਮੱਸਿਆ ਤਾਂ ਅੱਜ ਵੀ ਆ ਜਾਂਦੀ ਆ। ਅਤੇ ਉਹਦੇ ਇਤਿਹਾਸ ਬਾਰੇ ਬਹੁਤ, ਕਿਉਂਕਿ ਵੱਡਾ ਇਤਿਹਾਸ ਰਜੀਆ ਸੁਲਤਾਨਾ ਨਾਲ ਹੀ ਜੁੜਦਾ, ਕਿਉਂਕਿ ਇਸੇ ਕਿਲੇ ਦੇ ਵਿੱਚ ਹੀ ਉਹਨੂੰ ਕੈਦ ਰੱਖਿਆ ਗਿਆ ਸੀ। ਇਹਦੇ ਮਗਰ ਵੀ ਇੱਕ ਲੰਮੀ ਚੌੜੀ ਕਹਾਣੀ ਆ, ਆਪਾਂ ਉਹਦੇ ਬਾਰੇ ਵੀ ਗੱਲਬਾਤ ਕਰਦੇ ਹਾਂ। ਆ ਜਿਹੜਾ ਤੁਹਾਡੇ ਸਾਹਮਣੇ ਤੁਸੀਂ ਖੂਹ ਦੇਖ ਰਹੇ ਆ ਨਾ, ਇਹ ਖੂਹ ਵੀ ਓਨਾ ਹੀ ਪੁਰਾਣਾ ਜਿੰਨਾ ਪੁਰਾਣਾ ਇਹ ਕਿਲਾ। ਕਿਲਾਬੰਦੀ ਜਦੋਂ ਕੀਤੀ ਜਾਂਦੀ ਸੀ ਨਾ, ਉਦੋਂ ਦੋ ਚੀਜ਼ਾਂ ਦਾ ਖਾਸ ਧਿਆਨ ਰੱਖਿਆ ਜਾਂਦਾ ਸੀ, ਇੱਕ ਪੀਣ ਵਾਲੇ ਪਾਣੀ ਦਾ ਅਤੇ ਦੂਸਰਾ ਖੁਫੀਆ ਰਸਤੇ ਦਾ। ਵੀ ਜੇ ਕਦੇ ਕਿਲੇ ਨੂੰ ਘੇਰਾ ਪੈ ਜੇ ਤਾਂ ਭਾਈ ਪਾਣੀ ਧਾਣੀ ਦਾ ਅੰਦਰ ਹੀ ਪ੍ਰਬੰਧ ਹੋਵੇ, ਅਤੇ ਜੇ ਕੋਈ ਜਮਾਂ ਹੀ ਵਿਪਤਾ ਪੈ ਜੇ ਤਾਂ ਉੱਥੋਂ ਨਿਕਲਿਆ ਵੀ ਜਾ ਸਕੇ। ਇਹ ਦੋ ਚੀਜ਼ਾਂ ਜ਼ਰੂਰੀ ਹੋ ਜਾਂਦੀਆਂ ਸੀ। ਅਸਲ ਦੇ ਵਿੱਚ ਨਾ ਜਿਹੜੀ ਰਜੀਆ ਸੁਲਤਾਨ ਸੀ ਉਹ ਤੋਂ ਗੱਦੀ ਬਾਅਦ ਦੇ ਵਿੱਚ ਖੋਲ੍ਹੀ ਗਈ ਸੀ। ਜਦੋਂ ਇਲਤੁਤਮਿਸ਼ ਨੇ ਆਪਦੀ ਲੜਕੀ ਨੂੰ ਗੱਦੀ ਦੇਤੀ ਤਾਂ ਜਿਹੜੀ ਉਹਦੀ ਮਤਰੇਈ ਮਾਂ ਸੀ ਬੇਗਮ ਤਰਕਾਨ, ਉਹਨੇ ਖੋਲ੍ਹੀ ਸੀ ਗੱਦੀ। ਉਹਨੇ ਆਪਦੇ ਮੁੰਡੇ ਨੂੰ ਦਿੱਤੀ ਸੀ, ਰੁਕਨਦੀਨ ਫਿਰੋਜ਼ ਸੀ ਨਾਂ ਉਹਦਾ। ਉਹਨੂੰ ਜਦੋਂ ਗੱਦੀ ਦੇਤੀ ਅਤੇ ਉਹ ਇੰਨਾ ਨਾਕਾਬਲ ਬੰਦਾ ਸੀ ਕਿ ਐਸ਼ਪ੍ਰਸਤੀ 'ਚ ਪੈ ਗਿਆ, ਸਾਰਾ ਖਜ਼ਾਨਾ ਉਜਾੜਤਾ ਉਹਨੇ, ਮਤਲਬ ਸਾਰਾ ਕੁਛ ਹੀ ਤਬਾਹ ਕਰਤਾ। ਜਦੋਂ ਉਹਦੇ ਦਰਬਾਰੀ ਸੀ ਨਾ ਫਿਰੋਜ਼ ਦੇ, ਉਹਨਾਂ ਨੇ ਸੋਚੇ ਵੀ ਤਾਂ ਪੈ ਗਿਆ ਪੰਗਾ, ਵੀ ਇਹ ਤਾਂ ਆਪਾਂ ਨੂੰ ਵੀ ਪੁੱਛਤਾਛ ਘਟ ਗਈ ਆ, ਲੋਕ ਹਮਲੇ ਵੀ ਲੱਗ ਗਿਆ ਕਾਰਨ ਚਾਰੇ ਪਾਸਿਆਂ ਤੋਂ, ਹੈ ਨਾ। ਕੋਹਰਾਮ ਦੇ ਸ਼ਾਸਕਾਂ 'ਚ ਬਗਾਵਤ ਹੋ ਗਈ ਸੀਗੀ। ਫਿਰ ਉਹਨਾਂ ਨੇ ਕੀ ਕੀਤਾ, ਜਿਹੜੇ ਦਰਬਾਰੀ ਸੀ ਉਹਨਾਂ ਨੇ ਰਜੀਆ ਸੁਲਤਾਨ ਨਾਲ ਰਲ ਕੇ ਫਿਰ ਦੁਬਾਰੇ ਰਜੀਆ ਸੁਲਤਾਨ ਨੂੰ ਤਖਤ 'ਤੇ ਬਿਠਾਤਾ ਸੀਗਾ, ਠੀਕ ਹੈ ਨਾ। ਇਹਦੇ ਮਗਰ ਇਹ ਕਹਾਣੀ ਬਣੀ ਸੀਗੀ। ਪਹਿਲਾਂ ਤਖਤ ਤੋਂ ਉਤਾਰਿਆ ਵੀ ਉਹਨਾਂ ਨੇ ਸੀ, ਬਾਅਦ ਦੇ ਵਿੱਚ ਉਹਨਾਂ ਦੇ ਜ਼ਰੀਏ ਹੀ ਫਿਰ ਤਖਤ 'ਤੇ ਬੈਠ ਗਈ ਸੀ। ਇਹਦਾ ਕਾਰਨ ਇਹ ਵੀ ਸੀ ਵੀ ਸ਼ੁੱਕਰਵਾਰ ਦਾ ਦਿਨ ਸੀ, ਨਮਾਜ਼ ਪੜ੍ਹ ਰਹੇ ਸੀ। ਉਹਨੇ ਕਿਲੇ ਦੀ ਝਰੋਖੇ 'ਤੇ ਖੜ੍ਹ ਕੇ ਆਮ ਲੋਕਾਂ ਨੂੰ ਸੰਬੋਧਨ ਕਰਕੇ ਆਖਿਆ ਵੀ ਮੇਰੀ ਜਾਨ ਨੂੰ ਖਤਰਾ ਵਾ, ਮੈਨੂੰ ਬਾਦਸ਼ਾਹ ਬਣਾਓ, ਸੁਲਤਾਨ ਬਣਾਓ। ਤਾਂ ਉਸੇ ਤਹਿਤ ਫਿਰ ਉਸ ਸਮੇਂ ਲੋਕਾਂ 'ਚ ਕਹਿ ਲਓ ਕਿ ਇੱਕ ਭਾਵੁਕਤਾ ਜੁੜ ਗਈ, ਅਪੀਲ ਸੀ ਉਹਦੀ ਰਜੀਆ ਦੀ। ਇਸੇ ਤਹਿਤ ਉਹਨੂੰ ਫਿਰ ਸੁਲਤਾਨ ਬਣਾਤਾ ਸੀ। ਜਦੋਂ ਉਹਨੂੰ ਸੁਲਤਾਨ ਬਣਾਤਾ ਨਾ, ਫਿਰ ਉਹ ਪਰਵਾਹ ਨਹੀਂ ਸੀ ਕਿਸੇ ਦੀ ਮਨ ਦੀ, ਨਾ ਤਾਂ ਉਹ ਨਕਾਬ ਪਾਉਂਦੀ ਸੀ, ਹਾਥੀ 'ਤੇ ਬੈਠ ਕੇ ਉਹਨੇ ਪੂਰਾ ਮੈਦਾਨੇ ਜੰਗ ਦੇ ਵਿੱਚ ਵੀ ਜਾਣਾ। ਅਤੇ ਇਹਦਾ ਫਿਰ ਜਿਹੜੇ ਮੌਲਵੀ ਸੀ ਉਹ ਉਲਟ ਵੀ ਹੋ ਗਏ, ਉਹ ਕਹਿੰਦੇ ਵੀ ਇਹ ਇਸਲਾਮ ਦੇ ਖਿਲਾਫ ਆ। ਇੱਕ ਮੈਂ ਤੁਹਾਨੂੰ ਦੱਸ ਦਿਆਂ ਵੀ ਉਹ ਪਹਿਲੀ ਔਰਤ ਸੀ ਜਿਹਨੂੰ ਲੋਕਾਂ ਨੇ ਚੁਣਿਆ ਸੀਗਾ। ਇਹ ਇਤਿਹਾਸ ਦਾ ਉਹ ਪਹਿਲਾ ਪੰਨਾ ਸੀ ਜਦੋਂ ਲੋਕਾਂ ਨੇ ਆਪਦੀ ਮਰਜ਼ੀ ਦੀ ਸਰਕਾਰ ਬਣਾਈ ਸੀ। ਆਮ ਲੋਕਾਂ ਦੇ ਸਹਿਯੋਗ ਦੇ ਨਾਲ ਰਜੀਆ ਸੁਲਤਾਨ ਬਣ ਗਈ ਸੀ, ਦਿੱਲੀ ਦੀ ਸ਼ਾਸਕ ਗੱਦੀ ਦੇ ਉੱਤੇ ਬੈਠ ਗਈ ਸੀਗੀ। ਇਹ ਵੀ ਇੱਕ ਇਤਿਹਾਸ ਦੇ ਇੱਕ ਵੱਡੀ ਘਟਨਾ ਵਾ, ਠੀਕ ਆ ਨਾ। ਇਹਦੇ ਵਿੱਚ ਬਹੁਤ ਸੰਘਰਸ਼ ਲੜੇ, ਬਗਾਵਤਾਂ ਵੀ ਹੋਈਆਂ ਚਾਰੇ ਪਾਸਿਆਂ ਤੋਂ। ਇਸ ਬਠਿੰਡੇ ਦੇ ਜਿਹੜਾ ਸੀ ਸ਼ਾਸਕ, ਉਹਨੇ ਵੀ ਗਵਰਨਰ ਸੀ ਜਿਹੜਾ, ਉਹਨੇ ਵੀ ਬਗਾਵਤ ਕਰਤੀ ਸੀ ਸ਼ੁਰੂ। ਅਤੇ ਕਹਿ ਲਓ ਕਿ ਜਦੋਂ ਇਹਦਾ ਸੀਗਾ ਅਲਤੁਨੀਆ ਸੀ ਇੱਥੋਂ ਦਾ, ਮਲਿਕ ਅਲਤੁਨੀਆ, ਉਹਨੇ ਬਗਾਵਤ ਕਰਤੀ। ਉਹਦੀ ਬਗਾਵਤ ਨੂੰ ਦਬਾਉਣ ਦੇ ਲਈ ਰਜੀਆ ਸੁਲਤਾਨ ਦਿੱਲੀ ਤੋਂ ਚੱਲ ਕੇ ਇੱਥੇ ਆਈ ਸੀ। ਜਦੋਂ ਇੱਥੇ ਆਈ ਤਾਂ ਰਜੀਆ ਦੀ ਫੌਜ ਨੇ ਵੀ ਬਗਾਵਤ ਕਰਤੀ, ਤਾਂ ਹਾਰ ਦਾ ਸਾਹਮਣਾ ਹੋ ਗਿਆ। ਉਹਨਾਂ ਨੇ ਫੜ ਕੇ ਰਜੀਆ ਨੂੰ ਇਹਦੇ ਹਵਾਲੇ ਕਰਤਾ ਅਤੇ ਇਸੇ ਕਿਲੇ ਦੇ ਵਿੱਚ ਕੈਦ ਕਰ ਲਿਆ ਗਿਆ ਸੀਗਾ, ਠੀਕ ਹੈ। ਇਹ ਉਹੀ ਕਿਲਾ ਵਾ ਅਤੇ ਇਸੇ ਕਿਲੇ ਦੇ ਵਿੱਚ ਕੈਦ ਕੀਤਾ ਸੀ। ਅਗਲੀ ਘਟਨਾ ਤੁਹਾਨੂੰ ਹੋਰ ਵੀ ਦੱਸਦੇ ਹਾਂ। ਆ ਜਿਹੜੇ ਤੁਹਾਡੇ ਸਾਹਮਣੇ ਗੇਟ ਲੱਗੇ ਹੋਏ ਆ ਨਾ, ਕਿਲੇ ਦੀ ਉਚਾਈ, ਲੰਬਾਈ, ਚੜਾਈ ਦੇ ਹਿਸਾਬ ਨਾਲ ਇਹ ਗੇਟ ਐਡੇ ਹੋਣੇ ਬਣਦੇ ਹੀ ਸੀ। ਪਰ ਕਮਾਲ ਦੀ ਗੱਲ ਆ ਕਿ ਇੰਨੇ ਚੌੜੇ, ਇੰਨੇ ਵੱਡੇ ਦਰਖਤ ਪਤਾ ਨਹੀਂ ਕਿੱਥੋਂ ਭਾਲੇ ਗਏ, ਪਤਾ ਨਹੀਂ ਕਿੰਨਾ ਕਿੰਨਾ ਚੌੜਾ ਪੂਰਾ ਹੋਊ, ਪਤਾ ਨਹੀਂ ਕਿਹੜੇ ਬੰਦੇ ਨੇ ਉਹ ਦਰਖਤ ਕਦੇ ਬੀਜੇ ਹੋਣਗੇ, ਕਿਹਨੇ ਪਾਣੀ ਪਾਇਆ ਹੋਊ ਉਹਨੂੰ, ਕਿਹਨੇ ਚੀਰੇ ਹੋਣਗੇ ਅਤੇ ਕਿਹਨੇ ਲਾਏ ਹੋਣਗੇ ਗੇਟ। ਪਰ ਅੱਜ ਇਹ ਤੁਹਾਡੇ ਸਾਹਮਣੇ ਖੜੇ ਆ। ਇਹ ਕਮਾਲ ਦੀ ਗੱਲ ਆ।
ਕਿ ਅੱਜ ਵੀ ਲੱਕੜ ਦੇ ਵਿੱਚ ਉਨੀ ਮਜ਼ਬੂਤੀ ਆ। ਦਰਸ਼ਕੋ ਗੱਲ ਇਉਂ ਆ ਵੀ ਜਦੋਂ ਇੱਥੇ ਰਜ਼ੀਆ ਸੁਲਤਾਨਾ ਨੂੰ ਕੈਦ ਕਰ ਲਿਆ ਗਿਆ ਨਾ, ਉਸ ਤੋਂ ਬਾਅਦ ਜਿਹੜਾ ਮਲਿਕ ਅਲਤੂਨੀਆ ਸੀ ਉਹ ਜਿਹੜੀ ਚੀਜ਼ ਚਾਹੁੰਦਾ ਸੀ ਉਹ ਨਹੀਂ ਹੋਈ। ਉਹ ਚਾਹੁੰਦਾ ਸੀ ਕਿ ਦਿੱਲੀ ਦੇ ਤਖਤ ਦੇ ਉੱਤੇ ਉਹਦੀ ਮਰਜ਼ੀ ਦਾ ਬੰਦਾ ਬੈਠੇ ਤੇ ਜਿਹੜਾ ਉਹਦੀ ਅਧੀਨਗੀ ਕਬੂਲ ਕਰੇ। ਜਿਹੜਾ ਮਲਿਕ ਅਲਤੂਨੀਆ ਸੀ ਉਹ ਗਵਰਨਰ ਸੀ ਬਠਿੰਡੇ ਦਾ, ਤੇ ਜਦੋਂ ਉਹਦੀ ਮਰਜ਼ੀ ਦਾ ਬੰਦਾ ਨਾ ਬੈਠਾ, ਕਿਉਂਕਿ ਉੱਥੋਂ ਦੇ ਦਰਬਾਰੀਆਂ ਨੇ ਰਲ ਕੇ ਕੀ ਕੀਤਾ ਕਿ ਇਲਤੁਤਮਿਸ਼ ਦੇ ਤੀਜੇ ਮੁੰਡੇ ਨੂੰ ਬਹਿਰਾਮ ਸ਼ਾਹ ਨੂੰ ਗੱਦੀ ਤੇ ਬਿਠਾਤਾ। ਉਹ ਜਮਾਂ ਹੀ ਕਠਪੁਤਲੀ ਸੀ, ਜਿਵੇਂ ਦਰਬਾਰੀ ਕਹਿੰਦੇ ਸੀ ਉਵੇਂ ਹੀ ਹੁੰਦਾ ਸੀ। ਤੇ ਫਿਰ ਇਸ ਕਰਕੇ ਰਜ਼ੀਆ ਸੁਲਤਾਨਾ ਵੀ ਇੱਥੇ ਸੀ, ਅਲਤੂਨੀਆ ਵੀ ਇੱਥੇ ਸੀ। ਇਹਨਾਂ ਦੋਨਾਂ ਨੇ ਰਾਏ ਕਰਕੇ ਆਪਸ ਵਿੱਚ ਵਿਆਹ ਕਰਾ ਲਿਆ ਸੀ ਵੀ ਆਪਾਂ ਇਕੱਠੇ ਰਲ ਕੇ ਦਿੱਲੀ ਦੇ ਤਖਤ ਨੂੰ ਦੁਬਾਰੇ ਹਾਸਲ ਕਰਦੇ ਹਾਂ। ਤੇ ਇਸੇ ਤਹਿਤ ਹੀ ਕੋਈ ਕੁਝ ਤਾਂ ਲੱਗਦਾ ਵੀ ਉਹਨੇ ਚਾਲ ਦੇ ਨਾਲ ਵਿਆਹ ਕਰਾਇਆ, ਚਲੋ ਜਿਵੇਂ ਵੀ ਕਰਾਇਆ ਵਿਆਹ ਕਰਾ ਲਿਆ। ਫਿਰ ਇਹਨਾਂ ਨੇ ਰਾਏ ਕੀਤੀ ਵੀ ਆਪਾਂ ਫੌਜ ਇਕੱਠੀ ਕਰਕੇ ਦਿੱਲੀ ਤੇ ਹਮਲਾ ਕਰੀਏ ਤੇ ਦਿੱਲੀ ਨੂੰ ਜਿੱਤ ਲਈਏ। ਇਹਨਾਂ ਨੇ ਖੋਖਰ ਇੱਕ ਜਾਤ ਆ, ਨਸਲ ਆ ਲੋਕ, ਉਹਨਾਂ ਨੂੰ ਇਕੱਠਾ ਕੀਤਾ, ਜਾਟਾਂ ਨੂੰ ਇਕੱਠਾ ਕੀਤਾ, ਇੱਕ ਤਕੜੀ ਫੌਜ ਬਣਾ ਲਈ। ਜਦੋਂ ਫੌਜ ਬਣਾ ਲਈ ਦਿੱਲੀ ਤੇ ਹਮਲਾ ਕਰਤਾ, ਤੇ ਦਿੱਲੀ ਤੇ ਜਦੋਂ ਹਮਲਾ ਹੋਇਆ ਤਾਂ ਉਹਦੇ ਵਿੱਚ ਹਾਰ ਹੋ ਗਈ ਸੀ, ਕਿਉਂਕਿ ਕੁਝ ਫੌਜੀ ਬਗਾਵਤ ਕਰ ਗਈ ਸੀ ਇਹਨਾਂ ਦੇ। ਠੀਕ ਆ ਨਾ, ਵੱਡਾ ਹਾਰ ਦਾ ਕਾਰਨ ਇਹਨਾਂ ਦੀ ਬਗਾਵਤ ਹੀ ਹੁੰਦਾ ਸੀ, ਜਿਹੜੀ ਫੌਜ 'ਚ ਬਗਾਵਤ ਹੁੰਦੀ ਸੀ। ਇਸ ਕਰਕੇ ਬਾਅਦ ਦੇ ਵਿੱਚ ਇਹਨਾਂ ਦੋਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਭੱਜ ਲਏ ਉੱਥੋਂ। ਜਦੋਂ ਉੱਥੋਂ ਭੱਜ ਲਏ ਤਾਂ ਬਾਅਦ ਵਿੱਚ ਕੈਥਲ ਪੈਂਦਾ, ਹੁਣ ਰਾਜਸਥਾਨ ਦੇ ਵਿੱਚ ਹਰਿਆਣੇ ਦੇ ਵਿੱਚ। ਕੈਥਲ ਹਰਿਆਣੇ ਦੇ ਵਿੱਚ ਪੈਂਦਾ। ਉੱਥੇ ਉਹਨਾਂ ਦੇ ਚੰਗੇ ਕੱਪੜੇ ਪਾਏ ਹੋਏ ਸੀ ਤੇ ਡਾਕੂਆਂ ਨੇ ਉੱਥੋਂ ਲੁਟੇਰਿਆਂ ਨੇ ਉਹਨਾਂ ਨੂੰ ਮਾਰਤਾ ਦੋਨਾਂ ਨੂੰ। ਉਹ ਦਰਖਤ ਦੇ ਥੱਲੇ ਬੈਠੇ ਸੀ ਉੱਥੇ। ਜਦੋਂ ਮੌਤ ਹੋ ਗਈ, ਉਸ ਤੋਂ ਜਿਹੜੀ ਫੌਜ ਸੀ, ਦਿੱਲੀ ਦੀ ਫੌਜ ਪਿੱਛਾ ਕਰ ਰਹੀ ਸੀ, ਉਹਨਾਂ ਨੇ ਫਿਰ ਦੋਨਾਂ ਦੀਆਂ ਲਾਸ਼ਾਂ ਨੂੰ ਇਕੱਠਿਆਂ ਕਰਕੇ ਦਿੱਲੀ ਲੈ ਗਏ ਸੀਗੇ। ਦਿੱਲੀ ਦੇ ਵਿੱਚ ਜਿਹੜਾ ਸੀ ਰਜ਼ੀਆ ਸੁਲਤਾਨ ਦਾ ਮਕਬਰਾ ਬਣਿਆ ਹੋਇਆ ਉਹ ਉੱਥੇ ਦਫਨ ਕਰਤਾ ਸੀਗਾ। ਤੇ ਅਲਤੂਨੀਆ ਬਾਰੇ ਕੋਈ ਪਤਾ ਨਹੀਂ ਕਿੱਥੇ ਸੀ ਕਿੱਥੇ ਨਹੀਂ। ਠੀਕ ਆ ਨਾ, ਇਹ ਇਤਿਹਾਸ ਸੀ ਇਸ ਕਿਲੇ ਨਾਲ ਜੁੜਿਆ ਹੋਇਆ। ਠੀਕ ਆ, ਅਲਤੂਨੀਆ ਇਸੇ ਇਲਾਕੇ ਦੇ ਵਿੱਚ ਜੰਮਿਆ ਪਲਿਆ ਸੀਗਾ ਤੇ ਇੱਥੋਂ ਦਾ ਗਵਰਨਰ ਸੀ, ਤੇ ਇਹੀ ਉਹ ਕਿਲਾ ਜਿੱਥੇ ਰਜ਼ੀਆ ਸੁਲਤਾਨ ਨੂੰ ਕੈਦ ਕੀਤਾ ਗਿਆ ਸੀ। ਦਰਸ਼ਕੋ ਤੁਸੀਂ ਆ ਜੰਡ ਦੇਖ ਰਹੇ ਹੋ ਨਾ, ਬਹੁਤ ਪੁਰਾਣਾ ਵਾ, ਪਤਾ ਨਹੀਂ ਕਿੰਨਿਆਂ ਕੁ ਇਤਿਹਾਸ ਨੂੰ ਬਣਦਿਆਂ ਢਹਿੰਦਿਆਂ ਵੇਖਿਆ। ਤੇ ਇਸ ਕਿਲੇ ਨੇ ਵੀ ਇਤਿਹਾਸ ਬਣਦਾ, ਸ਼ਾਸਕ ਬਦਲਦੇ ਗਏ, ਸਮੇਂ-ਸਮੇਂ ਤੇ ਤਬਦੀਲੀਆਂ ਹੁੰਦੀਆਂ ਗਈਆਂ। ਇਹ ਵੀ ਉਸੇ ਸਮੇਂ ਦਾ। ਇੱਕ ਹੋਰ ਦੱਸਦੇ ਹਾਂ ਵੀ ਇਸੇ ਕਿਲੇ ਦੇ ਵਿੱਚ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਆਏ ਨੇ। ਕਿਹਾ ਜਾਂਦਾ ਵੀ ਪਹਿਲਾਂ ਹਾਜੀਪੁਰ ਸੀ ਉੱਥੇ, ਉਸ ਤੋਂ ਬਾਅਦ ਪਿੰਡ ਦੇ ਇਲਾਕਿਆਂ ਨੇ, ਬਠਿੰਡੇ ਵਾਲਿਆਂ ਨੇ ਕਿਹਾ ਵੀ ਤੁਸੀਂ ਇੱਥੇ ਉਜਾੜਾਂ 'ਚ ਬੈਠੇ ਹੋ, ਕਿਰਪਾ ਕਰਕੇ ਇੱਥੇ ਆਓ। ਤਾਂ ਉਦੋਂ ਗੁਰੂ ਗੋਬਿੰਦ ਸਿੰਘ ਜੀ ਵੀ ਇਸ ਕਿਲੇ ਦੇ ਵਿੱਚ ਆ ਕੇ ਗਏ ਨੇ। ਕੁਝ ਸਰੋਤਾਂ ਤੋਂ ਵੀ ਪਤਾ ਲੱਗਦਾ ਵੀ ਗੁਰੂ ਨਾਨਕ ਸਾਹਿਬ ਵੀ ਇੱਥੇ ਆਏ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਵੀ ਜ਼ਿਕਰ ਆ। ਇਸ ਤੋਂ ਇਲਾਵਾ ਤੁਹਾਨੂੰ ਹੋਰ ਮੈਂ ਦੱਸ ਦਿਆਂ ਵੀ ਪਟਿਆਲਾ ਰਿਆਸਤ ਦੇ ਬਾਬਾ ਆਲਾ ਸਿੰਘ ਜੀ, ਉਹਨਾਂ ਦੇ ਕਬਜ਼ੇ ਦੇ ਵਿੱਚ ਵੀ ਇਹ ਕਿਲਾ ਰਿਹਾ। ਤੇ ਉਸ ਤੋਂ ਬਿਨਾਂ ਮਹਾਰਾਜਾ ਅਮਰ ਸਿੰਘ, ਜਿਹੜੇ ਕਿ ਉਹ ਵੀ ਪਟਿਆਲਾ ਰਿਆਸਤ ਨੂੰ ਸਪਾਂਸਰ ਸੀ, ਉਹ ਵੀ ਇੱਥੇ ਰਹੇ ਨੇ। ਇੱਥੇ ਗੁਰਦੁਆਰਾ ਸਾਹਿਬ ਬਣਿਆ। ਇਹ 1835 ਦੇ ਵਿੱਚ ਮਹਾਰਾਜਾ ਕਰਮ ਸਿੰਘ ਨੇ ਬਣਵਾਇਆ ਸੀ, ਜਿਹੜਾ ਇੱਥੇ ਗੁਰਦੁਆਰਾ ਸੁਸ਼ੋਭਿਤ ਆ। ਨਿਸ਼ਾਨ ਸਾਹਿਬ ਵੀ ਲੱਗੇ ਹੋਏ ਨੇ। ਮਤਲਬ ਗੁਰਦੁਆਰੇ ਸਾਹਿਬ ਦਾ ਪੋਰਸ਼ਨ ਅਲੱਗ ਆ, ਕਿਲੇ ਦਾ ਅਲੱਗ ਆ। ਠੀਕ ਆ ਨਾ, ਇਸ ਵਕਤ ਅਸੀਂ ਗੁਰਦੁਆਰਾ ਸਾਹਿਬ ਦੇ ਪੋਰਸ਼ਨ ਦੇ ਵਿੱਚ ਆ। ਤੇ ਮਤਲਬ ਯਾਰ ਖੂਬਸੂਰਤ ਬਹੁਤ ਆ, ਹਜੇ ਕੰਮ ਚੱਲ ਰਿਹਾ ਇੱਥੇ। 2000 ਸਾਲ ਥੋੜ੍ਹਾ ਨਹੀਂ ਹੁੰਦਾ, ਉਸ ਸਮੇਂ ਦਾ ਇਹ ਗਵਾਹ ਕਿਲਾ। ਦਰਸ਼ਕੋ ਇਹ ਸੀ ਬਠਿੰਡੇ ਦਾ ਕਿਲਾ, ਤੇ ਹਜੇ ਵੀ ਖੂਬਸੂਰਤ ਆ। ਦੇਖੋਗੇ ਤੁਸੀਂ ਨਾ, ਮੇਰੇ ਮਗਰ ਆ ਕੇ ਦੇਖੋ ਵੀ ਆਹ ਟੇਢੀਆਂ ਸਪੋਰਟਾਂ ਲੱਗੀਆਂ। ਮਤਲਬ ਵੀ ਕੰਧ ਡਿੱਗਣ ਦਾ ਕੋਈ ਕਾਰਨ ਨਹੀਂ ਸੀ। ਉਹਨੂੰ ਟੇਢੇ ਮਤਲਬ ਪਿੱਲਰ ਬਹੁਤ ਤਕੜੇ ਮਜ਼ਬੂਤ ਲਾਏ ਹੋਏ ਆ। ਇਸੇ ਕਰਕੇ ਇਹ ਹਜੇ ਤੱਕ ਨਹੀਂ ਡਿੱਗਿਆ ਤੇ ਪਤਾ ਨਹੀਂ ਕਿੰਨੀਆਂ ਸਦੀਆਂ ਇਹ ਚੱਲੂਗਾ। ਤੇ ਦੇਖੋ ਇਹਦੀ ਮੀਨਾਕਾਰੀ ਤੁਸੀਂ ਦੇਖੋ ਕਿ ਹਜ਼ਾਰਾਂ ਹੀ ਪੌੜੀਆਂ ਨੇ ਇੱਥੇ ਬਣੀਆਂ ਹੋਈਆਂ, ਛੋਟੀਆਂ ਹਜ਼ਾਰਾਂ ਹੀ ਪੌੜੀਆਂ ਬਣੀਆਂ ਨੇ। ਉਹ ਸਭ ਦੂਰ ਤੁਸੀਂ ਦੇਖੋਗੇ ਕਿ ਨਿੱਕੀ ਇੱਟ ਲੱਗੀ ਹੋਈ ਆ। ਇੱਕ ਵਾਰੀ ਕਿਹਾ ਜਾਂਦਾ ਵੀ ਥੱਲੇ ਨਾਲਾ ਵੀ ਵਗਦਾ ਸੀਗਾ, ਉਹਦੇ ਨਾਲੇ ਦੇ ਵਿੱਚ ਦੀ ਸ਼ਹਿਰ ਦਾ ਪਾਣੀ ਲੰਘਦਾ ਸੀ। ਤੇ ਇੱਕ ਹੋਰ ਵੀ ਦੱਸਦੇ ਵੀ ਜਿਹੜੇ ਇਹਦੇ ਕਮਰੇ ਸੀ ਨਾ, ਉਹਨੂੰ ਠੰਡਿਆ ਰੱਖਣ ਦੇ ਲਈ ਸੁਰੰਗਾਂ ਬਣੀਆਂ ਸੀ। ਉਹਨਾਂ ਸੁਰੰਗਾਂ ਦੇ ਰਾਹੀਂ ਹੀ ਅੰਦਰ ਹਵਾ ਜਾਂਦੀ ਸੀ, ਉਹ ਠੰਡੇ ਰੱਖਦੇ ਸੀ। ਠੀਕ ਆ ਨਾ, ਤੇ ਮਤਲਬ ਗੱਲ ਕਿ ਵੀ ਉਸ ਸਮੇਂ ਦੀ ਤਕਨੀਕ ਸੀ, ਕਮਾਲ ਸੀ। ਉਹ ਇੰਜੀਨੀਅਰ ਜਿਨ੍ਹਾਂ ਨੇ ਇਹ ਬਣਾਏ ਕਿਲੇ। ਇੱਥੇ ਕੁਝ ਇਲਾਕਾ ਬੰਦ ਰੱਖਿਆ ਹੋਇਆ ਵਾ, ਕੁਝ ਕੰਮ ਚੱਲ ਰਿਹਾ ਕਰਕੇ ਵੀ ਏਰੀਆ ਬੰਦ ਰੱਖਿਆ ਹੋਇਆ ਵਾ, ਕਿਉਂਕਿ ਵਿਭਾਗ ਦੇ ਅੰਡਰ ਆ। ਬਹੁਤ ਵਧੀਆ ਤਰੀਕੇ ਨਾਲ ਸਾਂਭਿਆ ਹੋਇਆ। ਸੋ ਕਿਵੇਂ ਲੱਗੀ ਸਾਡੀ ਇਹ ਜਾਣਕਾਰੀ? ਵੀਡੀਓ ਨੂੰ ਸ਼ੇਅਰ ਕਰਿਓ, ਕਮੈਂਟ ਕਰਕੇ ਦੱਸਿਓ, ਤਾਂ ਕਿ ਅੱਗੇ ਤੋਂ ਵੀ ਅਸੀਂ ਹੋਰ ਬਣਾ ਸਕੀਏ। ਮਿਹਰਬਾਨੀ, ਧੰਨਵਾਦ।